ਵਾਲੇਕੁਮ ਦੋਸਤੋ। ਅੱਜ ਫਿਰ ਇੱਕ ਨया ਟੌਪਿਕ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਿਆ। ਅੱਜ ਦਾ ਟੌਪਿਕ ਹੈਗਾ ਹੈ ਕਿ ਕ੍ਰਾਸ ਕਰਾਉਣ ਤੋਂ ਬਾਅਦ ਤੁਹਾਡਾ ਜਾਨਵਰ, ਤੁਹਾਡੀ ਗਾਏ ਜਾਂ ਤੁਹਾਡਾ ਭੈਂਸ ਜਿਹੜਾ ਨਾ ਉਹਦਾ ਹਮਲ ਠਹਿਰ ਗਿਆ ਜਾਂ ਨਹੀਂ ਠਹਿਰ ਗਿਆ। ਜਾਨਵਰ ਦਾ ਹਮਲ ਕ੍ਰਾਸ ਕਰਾਉਣ ਤੋਂ ਬਾਅਦ ਠਹਿਰ ਗਿਆ ਜਾਂ ਨਹੀਂ ਠਹਿਰ ਗਿਆ, ਇਹਦਾ ਪਹਿਲਾ ਇਸ਼ਾਰਾ ਤਾਂ ਇਹ ਹੁੰਦਾ ਹੈ ਕਿ ਜਾਨਵਰ ਅਗਰ ਤੁਹਾਡਾ 21 ਦਿਨ 18 ਤੋਂ 21 ਦਿਨ ਦੇ ਵਿੱਚ ਦੁਬਾਰਾ ਹੀਟ 'ਚ ਆ ਗਿਆ ਹੈ ਅਤੇ ਸਮਝ ਲਓ ਕਿ ਉਹਦਾ ਹਮਲ ਨਹੀਂ ਠਹਿਰਿਆ। ਅਗਰ ਉਹ ਹੀਟ 'ਚ ਨਹੀਂ ਆਇਆ ਤਾਂ ਚਾਂਸਿਸ ਹੈਗੇ ਨੇ, ਪਹਿਲੀ ਲਾਮਤ ਹੈਗੀ ਹੈ ਕਿ ਤੁਹਾਡਾ ਜਾਨਵਰ ਠਹਿਰ ਗਿਆ। ਲੇਕਿਨ ਇਹ ਵੀ ਕੋਈ ਹਤਮੀ ਨਹੀਂ ਹੈ, ਕਿਉਂਕਿ ਬਾਜ਼ ਦਫਾ ਕੁਝ ਜਾਨਵਰ ਜਿਹੜੇ ਨੇ ਉਹ ਖਾਮੋਸ਼ ਹੀਟ 'ਚ ਹੁੰਦੇ ਨੇ, ਸਾਇਲੈਂਟ ਹੀਟ ਜਿਹਨੂੰ ਕਹਿੰਦੇ ਨੇ। ਅਤੇ ਇਹ ਵੀ ਕੋਈ ਐਡਾ ਸਮੁੱਦਾ ਨਹੀਂ ਫਾਰਮੂਲਾ ਹੈ ਕਿ ਤੁਹਾਡਾ ਜਾਨਵਰ ਅਗਰ 18 ਤੋਂ 21 ਦਿਨ ਦੇ ਵਿੱਚ ਹੀਟ 'ਚ ਨਹੀਂ ਆਉਂਦਾ ਅਤੇ ਉਹਦਾ ਹਮਲ ਠਹਿਰ ਗਿਆ। ਬਾਜ਼ ਦਫਾ ਜਾਨਵਰ ਕ੍ਰਾਸ ਕਰਾਉਣ ਤੋਂ ਤਕਰੀਬਨ 2 ਜਾਂ 3 ਦਿਨ ਤੋਂ ਬਾਅਦ ਗਾੜਾ ਮਵਾਦ ਜਿਹੜਾ ਨਾ ਉਹ ਸੁੱਟਦਾ ਹੈ। ਕੁਛ ਲੋਕ ਉਹਨੂੰ ਕਹਿੰਦੇ ਨੇ ਕਿ ਕਨਫਰਮ ਹੋ ਗਿਆ ਜੀ ਗੱਭਣ ਨੇ, ਲੇਕਿਨ ਮੇਰੇ ਨੌਲੇਜ ਦੇ ਮੁਤਾਬਕ ਉਹਦਾ ਹਮਲ ਨਹੀਂ ਠਹਿਰਿਆ ਹੁੰਦਾ, ਕਿਉਂਕਿ ਇਨਫੈਕਸ਼ਨ ਹੁੰਦਾ, ਸਪਰਮ ਜਿਹੜਾ ਹੁੰਦਾ ਨਾ ਉਹ ਬਾਹਰ ਫੈਂਕ ਦਿੱਤੇ ਜਾਂਦੇ ਨੇ ਅਤੇ ਉਹ ਨਹੀਂ ਹੋਇਆ ਹੁੰਦਾ। 2 ਮਹੀਨੇ ਤੋਂ ਬਾਅਦ ਅਗਰ ਕੋਈ ਜਾਨਵਰ ਕੋਈ ਸਫੇਦ ਰੰਗ ਦਾ ਜਾਂ ਸੁਰਖ ਰੰਗ ਦਾ ਮਾਦਾ ਬਾਹਰ ਫੈਂਕਦਾ ਅਤੇ ਉਹ ਵੀ ਹਮਲ ਨਹੀਂ ਠਹਿਰਨ ਦੀ ਨਿਸ਼ਾਨੀ ਹੈ। ਇਹਦਾ ਵੀ ਮਤਲਬ ਹੈ ਕਿ ਉਹਨੇ ਅਰਲੀ ਅਬੋਰਸ਼ਨ ਕਰ ਛੱਡੀ ਹੈ। ਹਮਲ ਨੂੰ ਚੈੱਕ ਕਰਨ ਦੇ ਤਰੀਕੇ ਨੇ ਮੁਖਤਲਿਫ। ਪਹਿਲਾ ਤਰੀਕਾ ਤਾਂ ਇਹ ਹੈ ਕਿ ਅਗਰ ਜਾਨਵਰ ਤੁਹਾਡਾ 21 ਦਿਨ ਤੋਂ ਬਾਅਦ ਹੀਟ 'ਚ ਨਹੀਂ ਆਇਆ ਤਾਂ ਚਾਂਸਿਸ ਨੇ ਕਿ ਉਹ ਠਹਿਰ ਗਿਆ ਹੈ। ਦੂਸਰਾ ਤਰੀਕਾ ਆਪਣਾ ਰੈਕਟੇਲ ਆਪਣਾ ਪ੍ਰੋਸੈਸ ਹੈਗਾ, ਜਿਹਦੇ ਵਿੱਚ ਜਿਹੜਾ ਕੋਈ 45 ਦਿਨ ਤੋਂ ਬਾਅਦ ਡਾਕਟਰ ਹੱਥ ਦੇ ਜ਼ਰੀਏ ਜਾ ਕੇ ਬੱਚੇਦਾਨੀ ਦਾ ਮੁਆਇਨਾ ਕਰਦਾ, ਖਾਇਆ ਉਹਦੇ ਵਿੱਚ ਬੱਚਾ ਹੈ ਜਾਂ ਨਹੀਂ ਹੈ, ਉਹਦੇ ਵਿੱਚ ਉਹ ਆਪਣੀ ਨਾਰਮਲ ਕੰਡੀਸ਼ਨ 'ਚ ਉਹ ਇੱਕ ਅੱਛਾ ਪ੍ਰੈਕਟੀਸ਼ਨਰ, ਇੱਕ ਅੱਛਾ ਡਾਕਟਰ ਹੀ ਇਹ ਕਰ ਸਕਦਾ ਹੈ। ਇਸ ਤੋਂ ਇਲਾਵਾ ਅਲਟਰਾਸਾਊਂਡ ਦੇ ਜ਼ਰੀਏ ਵੀ 30 ਦਿਨ ਤੋਂ ਬਾਅਦ ਅਲਟਰਾਸਾਊਂਡ ਕਰਕੇ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਜਾਨਵਰ ਤੁਹਾਡਾ ਠਹਿਰਿਆ ਜਾਂ ਨਹੀਂ ਠਹਿਰਿਆ। ਫਿਰ ਦੁੱਧ ਜਾਂ ਖੂਨ ਦੇ ਸੈਂਪਲ ਲੈ ਕੇ ਉਹਨਾਂ ਦੇ ਜ਼ਰੀਏ ਵੀ ਆਪਣਾ ਚੈੱਕ ਕੀਤਾ ਜਾ ਸਕਦਾ ਕਿ ਹਮਲ ਠਹਿਰਿਆ ਜਾਂ ਨਹੀਂ ਠਹਿਰਿਆ। ਕੁਝ ਹੋਰ ਵੀ ਫਿਜ਼ੀਕਲ ਸਿਚੁਏਸ਼ਨ ਹੈ ਜਿਹਦੇ ਤੋਂ ਆਈਡੀਆ ਲਾਇਆ ਜਾ ਸਕਦਾ ਹੈ ਕਿ ਜਾਨਵਰ ਦਾ ਹਮਲ ਠਹਿਰ ਗਿਆ ਜਾਂ ਨਹੀਂ ਠਹਿਰ ਗਿਆ। ਅਗਰ ਜਾਨਵਰ ਕੋਈ ਪੁਰਸਕੂਨ ਮਹਿਸੂਸ ਕਰਨ ਦਿਆ, ਅਗਰ ਉਹ ਇਸ ਤੋਂ ਪਹਿਲੇ ਹੀਟ ਦੇ ਦੌਰਾਨ ਜ਼ਿਆਦਾ ਉਛਲਣ ਕੂਦਣ ਦਿਆ ਸੀ ਅਤੇ ਹੁਣ ਕੁਛ ਠੀਕ ਹੈ, ਅਤੇ ਫਿਰ ਵੀ ਗੈਸ ਕੀਤਾ ਜਾ ਸਕਦਾ ਕਿ ਹਮਲ ਠਹਿਰ ਗਿਆ। ਕੁਛ ਜਾਨਵਰਾਂ ਦੇ ਜਿਹੜੇ ਚਵਾਈ 'ਤੇ ਜਾਨਵਰ ਲੱਗੇ ਹੁੰਦੇ ਨੇ, ਯਾਨੀ ਕਿ ਸੂਇਆਂ ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਥਣ ਕੁਛ ਮਹੀਨਿਆਂ ਤੋਂ ਬਾਅਦ 1-2-3 ਮਹੀਨਿਆਂ ਤੋਂ ਬਾਅਦ ਨਰਮ ਹੋ ਜਾਂਦੇ ਨੇ, ਇਹ ਵੀ ਇੱਕ ਨਿਸ਼ਾਨੀ ਹੈ ਹਮਲ ਠਹਿਰਨ ਦੀ। ਜਾਨਵਰ ਦਾ ਪੇਟ ਜਿਹੜਾ ਨਿਚਲੀ ਸਾਈਡ ਤੋਂ ਸਖਤ ਹੋ ਜਾਂਦਾ ਅਤੇ ਵਧਣਾ ਸ਼ੁਰੂ ਹੋ ਜਾਂਦਾ, ਇਹ ਵੀ ਇਹ ਨਿਸ਼ਾਨੀ ਹੈ ਹਮਲ ਠਹਿਰਨ। ਜਾਨਵਰ ਦੇ ਹਮਲ ਠਹਿਰਨ ਦੀ ਕੁਛ ਵਜੂਹਾਤ ਜਿਹੜੀਆਂ ਹੋ ਸਕਦੀਆਂ ਨੇ, ਉਹ ਸਭ ਤੋਂ ਪਹਿਲੇ ਕਿ ਜਾਨਵਰ ਦੇ ਰਹਿਮ ਦੇ ਵਿੱਚ ਇਨਫੈਕਸ਼ਨ ਹੋ ਸਕਦਾ, ਸੋਜਿਸ਼ ਹੋ ਸਕਦੀ ਹੈ ਅਤੇ ਜਿਹਦੀ ਵਜ੍ਹਾ ਨਾਲ ਉਹ ਗਾੜਾ ਮਵਾਦ ਫੈਂਕਣ ਦਿਆ। ਅਤੇ ਦੂਸਰੀ ਸਪਰਮ ਜਿਹੜਾ ਨਾ ਉਹ ਸਹੀ ਤਰ੍ਹਾਂ ਕਰਾਸ ਨਹੀਂ ਹੁੰਦਾ। ਬਾਜ਼ ਔਕਾਤ ਡਾਕਟਰ ਕੋਲ ਆਪਣਾ ਸਹੀ ਤਰ੍ਹਾਂ ਨਹੀਂ ਰੱਖਿਆ ਜਾਂਦਾ ਨਾ ਆਪਣਾ। ਹਮਲ ਨਾ ਠਹਿਰਨ ਦੀ ਦੂਸਰੀ ਜਿਹੜੀ ਵਜ੍ਹਾ ਹੋ ਸਕਦੀ ਉਹ ਆਪਣਾ ਗਲਤ ਟਾਈਮ 'ਤੇ ਹੁੰਦਾ ਹੈ। ਬਾਜ਼ ਦਫਾ ਜ਼ਿਆਦਾ ਹੀਟ 'ਚ ਇਨਸੈਮੀਨੇਟ ਕੀਤਾ ਜਾਂਦਾ ਹੈ, ਉਦੋਂ ਵੀ ਐਗ ਜਿਹੜਾ ਨਾ ਉਹ ਜ਼ਾਇਆ ਹੋ ਜਾਂਦਾ। ਬਾਜ਼ ਦਫਾ ਹੀਟ ਗੁਜ਼ਰ ਗਈ ਹੁੰਦੀ ਹੈ, ਲੇਕਿਨ ਫਿਰ ਵੀ ਇਨਸੈਮੀਨੇਟ ਕਰ ਦਿੰਦੇ ਨੇ ਡਾਕਟਰ, ਜਿਹਦੀ ਵਜ੍ਹਾ ਨਾਲ ਉਹ ਸਪਰਮ ਜਿਹੜਾ ਨਾ ਉਹ ਜ਼ਾਇਆ ਹੋ ਜਾਂਦਾ। ਇੱਕ ਹੋਰ ਇਹਦੀ ਵਜ੍ਹਾ ਕਿ ਜਾਨਵਰ ਦੇ ਪਿਛਲੇ ਸੂਏ ਦੇ ਬੱਚਾ ਦੇਣ ਤੋਂ ਬਾਅਦ ਉਹਦੇ ਰਹਿਮ ਦੀ ਸਹੀ ਤਰ੍ਹਾਂ ਅਗਰ ਸਫਾਈ ਨਾ ਹੋਵੇ ਅਤੇ ਉਹ ਵੀ ਅਗਲੀ ਦਫਾ ਇਨਸੈਮੀਨੇਟ ਦੇ ਦੌਰਾਨ ਉਹ ਦੁਬਾਰਾ ਜਿਹੜਾ ਨਾ ਮਵਾਦ ਬਾਹਰ ਫੈਂਕ ਦਿੰਦਾ ਅਤੇ ਉਹ ਹਮਲ ਨਹੀਂ ਠਹਿਰਦਾ। ਇਸ ਸਾਰੀ ਸੂਰਤ ਹਾਲ ਦੇ ਵਿੱਚ ਇਹਦਾ ਅੱਛੀ ਤਰ੍ਹਾਂ ਮੁਆਇਨਾ ਕਰਾਉਣਾ ਚਾਹੀਦਾ ਹੈ, ਇਹਦੇ ਰਹਿਮ ਦੀ ਸਫਾਈ ਕਰਵਾਉਣੀ ਚਾਹੀਦੀ ਹੈ। ਅਗਰ ਇਹਦੀ ਵੈਕਸੀਨੇਸ਼ਨ ਨਹੀਂ ਹੋਈ ਬਰੋਸੇਲਸ ਦੀ ਅਤੇ ਉਹਦੀ ਵੈਕਸੀਨੇਸ਼ਨ ਕਰਾਉਣੀ ਚਾਹੀਦੀ। ਆਖਰ 'ਤੇ ਇਸ ਚੀਜ਼ ਦਾ ਖੁਲਾਸਾ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਜਦੋਂ ਵੀ ਤੁਸੀਂ ਆਪਣਾ ਕੋਈ ਜਾਨਵਰ ਕ੍ਰਾਸ ਕਰਵਾਉਂਦੇ ਹੋ ਅਤੇ ਅਗਰ ਤਾਂ ਉਹ ਪਹਿਲੇ 18 ਤੋਂ 21 ਦਿਨ ਤੱਕ ਦੁਬਾਰਾ ਹੀਟ 'ਚ ਨਹੀਂ ਆਉਂਦਾ ਅਤੇ ਇਹ ਪਹਿਲੀ ਅਲਾਮਤ ਹੈਗੀ ਹੈ ਕਿ ਤੁਹਾਡਾ ਜਾਨਵਰ ਜਿਹੜਾ ਨਾ ਉਹ ਆਪਣਾ ਉਹਦਾ ਹਮਲ ਠਹਿਰ ਗਿਆ ਹੈ। ਲੇਕਿਨ ਕੋਈ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਕੋਈ ਹਤਮੀ ਨਹੀਂ ਹੈ, ਕਿਉਂਕਿ ਕੁਝ ਜਾਨਵਰ ਸਾਇਲੈਂਟ ਹੀਟ ਸ਼ੋਅ ਕਰਦੇ ਨੇ ਅਤੇ ਉਹ ਨਹੀਂ ਪਤਾ ਲੱਗਦਾ। ਅਤੇ ਦੂਸਰਾ, ਅਗਰ ਉਹ 2 ਤੋਂ 3 ਦਿਨ ਬਾਅਦ ਕੋਈ ਗਾੜਾ ਜਾਂ ਮਵਾਦ ਸਿੱਟ ਦਿੰਦਾ ਬਾਹਰ, ਇਹਦਾ ਮਤਲਬ ਹੈਗਾ ਕਿ ਜਾਨਵਰ ਤੁਹਾਡੇ ਦਾ ਹਮਲ ਨਹੀਂ ਠਹਿਰਿਆ। ਜੋ ਵੀ ਸਪਰਮ ਵਗੈਰਾ ਹੈ ਸੀ ਉਹਨੇ ਉਹ ਇਨਫੈਕਸ਼ਨ ਦੀ ਵਜ੍ਹਾ ਤੋਂ ਜਾਂ ਵਕਤ ਤੋਂ ਪਹਿਲੇ ਇੰਜੈਕਸ਼ਨ ਰੱਖ ਦਿੱਤਾ ਹੈ ਜਾਂ ਵਕਤ ਤੋਂ ਬਾਅਦ ਇੰਜੈਕਸ਼ਨ ਰੱਖ ਦਿੱਤਾ ਹੈ,
ਉਹਦੀ ਵਜ੍ਹਾ ਨਾਲ ਉਹਦਾ ਜਿਹੜਾ ਹਮਲ ਹੈ ਨਾ ਉਹ ਜ਼ਾਇਆ ਹੋ ਗਿਆ ਹੈ। ਠੀਕ ਹੈ। ਅਗਰ ਕੋਈ 2 ਤੋਂ 3 ਮਹੀਨੇ ਬਾਅਦ ਕੋਈ ਗਾੜਾ ਮਵਾਦ ਜਾਂ ਬਲੱਡ ਦੀ ਸੂਰਤ 'ਚ ਕੋਈ ਤੁਹਾਡਾ ਜਾਨਵਰ ਕੋਈ ਮਵਾਦ ਵਗੈਰਾ ਛੱਡਦਾ ਤਾਂ ਮਤਲਬ ਤੁਹਾਡੇ ਅਰਲੀ ਅਬੋਰਸ਼ਨ ਹੋ ਗਈ ਹੈ, ਤੁਹਾਡਾ ਬੱਚਾ ਜ਼ਾਇਆ ਹੋ ਗਿਆ। ਤੁਸੀਂ ਡਾਕਟਰ ਨਾਲ ਰਜੂਅ ਕਰਕੇ ਉਹਦੀ ਅੱਛੀ ਤਰ੍ਹਾਂ ਟਰੀਟਮੈਂਟ ਕਰਵਾਓ। ਉਹਦੀ ਅਗਰ ਵੈਕਸੀਨ ਨਹੀਂ ਹੋਈ ਤਾਂ ਉਹਦੀ ਵੈਕਸੀਨ ਕਰਵਾਓ। ਹਮਲ ਦੇ ਟੈਸਟ ਵਾਸਤੇ ਇੱਕ ਰਿਕਟੇਲ ਟੈਸਟ ਹੁੰਦਾ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ। ਉਹਦੇ ਵਿੱਚ ਜਿਹੜਾ ਡਾਕਟਰ ਹੁੰਦਾ ਹੈ ਜਾਂ ਏਈ ਟੈਕਨੀਸ਼ੀਅਨ ਹੁੰਦਾ ਹੈ, ਉਹ ਆਪਣੇ ਹੱਥ ਦੇ ਜ਼ਰੀਏ ਬੱਚੇ ਦਾ ਮੁਆਇਨਾ ਕਰਦਾ ਹੈ। ਕੁਛ ਇੱਕ ਹੋਰ ਆਪਣਾ ਫਿਜ਼ੀਕਲ ਸੂਰਤ ਹਾਲ ਜਿਹਦੇ ਵਿੱਚ ਚਵਾਈ ਵਾਲੇ ਜਾਨਵਰ ਦੇ ਥਣ ਕੁਛ ਮਹੀਨਿਆਂ ਬਾਅਦ ਨਰਮ ਹੋ ਜਾਂਦੇ ਨੇ, ਇਹ ਵੀ ਇੱਕ ਨਿਸ਼ਾਨੀ ਹੈ ਕਿ ਉਹ ਗੱਭਣ ਹੋ ਗਿਆ। ਉਹਦਾ ਪੇਟ ਖਾਸ ਤੌਰ 'ਤੇ ਸੱਜੀ ਸਾਈਡ ਤੋਂ ਥੋੜ੍ਹਾ ਜਿਹਾ ਸਖਤ ਹੋ ਜਾਂਦਾ ਹੈ, ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਇਲਾਵਾ ਤੁਸੀਂ 30 ਦਿਨ ਤੋਂ ਬਾਅਦ ਆਪਣਾ ਉਹਦੇ ਮਿਲਕ ਦਾ, ਉਹਦੇ ਬਲੱਡ ਦਾ ਟੈਸਟ ਕਰਵਾ ਸਕਦੇ ਹੋ ਲੈਬਾਰਟਰੀ 'ਚ, ਜਿਹਨੂੰ ਪ੍ਰੋਜੈਸਟਰਾਨ ਟੈਸਟ ਕਹਿੰਦੇ ਨੇ। ਜਿਹੜਾ ਹਮਲ ਠਹਿਰ ਜਾਂਦਾ ਜਾਨਵਰ, ਜਿਹੜਾ ਜਾਨਵਰ ਪ੍ਰੈਗਨੈਂਟ ਹੋ ਜਾਂਦਾ, ਉਹਦੇ ਖੂਨ 'ਚ, ਉਹਦੇ ਦੁੱਧ 'ਚ ਪ੍ਰੋਜੈਸਟਰਾਨ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਜਾਨਵਰ ਨੂੰ ਇਨਸੈਮੀਨੇਸ਼ਨ ਕਰਾਉਣ ਤੋਂ ਬਾਅਦ ਕੁਛ ਇਹਤਿਆਤੀ ਤਦਾਬੀਰਾਂ ਨੇ। ਕਦੀ ਵੀ ਆਪਣੇ ਜਾਨਵਰ ਨੂੰ ਇਨਸੈਮੀਨੇਟ ਕਰਾਉਣ ਤੋਂ ਬਾਅਦ ਡਿਵਰਮਿੰਗ ਨਹੀਂ ਕਰਨੀ ਚਾਹੀਦੀ। ਉਹਨੂੰ ਕਿਸੇ ਕਿਸਮ ਦੀ ਵੈਕਸੀਨੇਸ਼ਨ ਉਹਦੀ ਨਹੀਂ ਕਰਨੀ ਚਾਹੀਦੀ। ਜਾਨਵਰ ਨੂੰ ਪੁਰਸਕੂਨ ਮਾਹੌਲ ਦਿੱਤਾ ਜਾਣਾ ਚਾਹੀਦਾ ਹੈ। ਉਹਦੀ ਆਪਣਾ ਗਜ਼ਾ ਦਾ ਖਾਸ ਖਿਆਲ ਰੱਖਣਾ ਚਾਹੀਦਾ। ਉਹਨੂੰ ਠੰਡਾ ਫਰੈਸ਼ ਵਾਟਰ ਦੇਣਾ ਚਾਹੀਦਾ। ਮੈਂ ਉਮੀਦ ਕਰਦਾ ਕਿ ਅੱਜ ਦੀ ਵੀਡੀਓ ਤੋਂ ਬਾਅਦ ਤੁਹਾਡਾ ਇਹ ਸਵਾਲ ਜਿਹੜਾ ਹੈ ਕਿਸੇ ਹੱਦ ਤੱਕ ਜਿਹੜਾ ਇਹ ਹੱਲ ਹੋ ਗਿਆ ਹੋਏਗਾ। ਤੁਹਾਡਾ ਮਸਲੇ ਦਾ ਹੱਲ ਹੋ ਗਿਆ ਹੋਏਗਾ ਕਿ ਕ੍ਰਾਸ ਕਰਾਉਣ ਤੋਂ ਬਾਅਦ ਤੁਹਾਡਾ ਜਾਨਵਰ ਗਾਏ ਜਾਂ ਭੈਂਸ ਜਿਹੜੀ ਤੁਸੀਂ ਕ੍ਰਾਸ ਕਰਾਈਏ ਉਹਦਾ ਹਮਲ ਠਹਿਰਿਆ ਜਾਂ ਨਹੀਂ ਠਹਿਰਿਆ। ਕੁਛ ਛੋਟੀਆਂ ਜਿਹੀਆਂ ਚੰਦ ਇੱਕ ਚੀਜ਼ਾਂ ਨੇ, ਅਗਰ ਉਹਨਾਂ 'ਤੇ ਮੱਦੇਨਜ਼ਰ ਰੱਖ ਲਓ ਅਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਪਰੇਸ਼ਾਨੀ ਜਿਹੜੀ ਨਾ ਉਹ ਖ਼ਤਮ ਹੋ ਜਾਏਗੀ। ਅੱਲਾ ਹਾਫਿਜ਼। ਇਨਸ਼ਾ ਅੱਲਾ ਮਿਲਦੇ ਹਾਂ ਅਗਲੀ ਵੀਡੀਓ 'ਚ।